ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਣੈ। ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹਿਨਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਬੜੇ ਸੁਚੱਜੇ ਤਰੀਕੇ ਦੇ ਨਾਲ ਸਮਝਾਇਆ ਹੋਇਆ ਹੈ ਇਨਸਾਨ ਨੂੰ ਕਿ ਤੁਸੀਂ ਇੱਕ ਪਰਮ ਜੋਤ ਦੇ ਵਿੱਚ ਲੀਨ ਹੋਣਾ ਹੈ, ਪਰਮਾਤਮਾ ਦੇ ਵਿੱਚ ਲੀਨ ਹੋਣਾ ਹੈ। ਬਾਕੀ ਸਾਰੀਆਂ ਰਸਤੇ ਦੀਆਂ ਚੀਜ਼ਾਂ ਨੇ। ਕੋਈ ਵੀ ਜਿਵੇਂ ਵਰਤ ਰੱਖਦੇ ਨੇ, ਗੋਰ ਕਬਰ ਨੂੰ ਕਹਿੰਦੇ ਨੇ, ਕਬਰਾਂ ਨੂੰ ਪੂਜਦੇ ਨੇ, ਮੜੀਆਂ ਨੂੰ ਪੂਜਦੇ ਨੇ, ਜਿਹੜੀਆਂ ਮੱਟ ਭੂਲ ਨਾ ਮਾਨੇ ਮੱਟ ਬਣਾਏ ਹੁੰਦੇ, ਜਿਹੜੀਆਂ ਮੱਟੀਆਂ ਬਣਾਈਆਂ ਹੁੰਦੀਆਂ ਹਨ ਛੋਟੀਆਂ ਛੋਟੀਆਂ, ਉਹਨਾਂ ਨੂੰ ਜੋ ਪੂਜਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਖਾਲਸੇ ਦਾ ਇਹ ਕੰਮ ਨਹੀਂ ਹੈ। ਜੋ ਪਰਮੇਸ਼ਰ ਦੇ ਉਚਰੇ ਹੋਏ ਹਨ, ਜੋ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਹਨ, ਉਹਨਾਂ ਨੂੰ ਪਰਮੇਸ਼ਰ ਨੂੰ ਹੀ ਮੰਨਣਾ ਚਾਹੀਦਾ ਹੈ। ਰਸਤੇ ਦੀਆਂ ਕਿਸੇ ਵੀ ਚੀਜ਼ਾਂ ਨੂੰ ਨਹੀਂ ਮੰਨਣਾ ਚਾਹੀਦਾ। ਹੁਣ ਅਸੀਂ ਆਪਣੇ ਆਪ ਦੇ ਵਿੱਚ ਦੇਖੀਏ ਵੀ ਅਸੀਂ ਕਿਹਨੂੰ ਮੰਨਦੇ ਹਾਂ ਅਤੇ ਕਿਹਨੂੰ ਨਹੀਂ ਮੰਨਦੇ। ਕਈ ਸਿੱਖ ਬੀਬੀਆਂ ਦੇਖੀਆਂ ਹਨ, ਉਹ ਵਰਤ ਰੱਖਣ ਲੱਗ ਪੈਂਦੀਆਂ ਹਨ। ਕੋਈ ਮੜੀਆਂ 'ਤੇ ਕੋਈ ਗੁੱਗਾ ਪੀਰ ਦੀ ਪੂਜਾ ਕਰਦਾ ਫਿਰਦਾ ਹੈ, ਕੋਈ ਫਲਾਣੇ ਸਾਡੇ ਵਡੇਰੇ ਨੇ, ਸਾਡੇ ਜਠੇਰੇ ਨੇ, ਕੋਈ ਉਹਨਾਂ ਦੀ ਪੂਜਾ ਕਰਦਾ ਫਿਰਦਾ ਹੈ। ਕੋਈ ਪਿੰਡਾਂ ਦੇ ਵਿੱਚ ਮੜੀਆਂ ਬਣੀਆਂ ਹੁੰਦੀਆਂ ਹਨ, ਮੁਸਲਮਾਨਾਂ ਦੀਆਂ ਕਬਰਾਂ ਬਣੀਆਂ ਹੁੰਦੀਆਂ ਹਨ, ਉਹਨਾਂ ਦੀਆਂ ਪੂਜਾ ਕਰਦੇ ਫਿਰਦੇ ਹਨ। ਦੋ ਗੱਲਾਂ ਹਨ। ਇੱਕ ਤਾਂ ਇਹ ਹੈ ਕਿ ਜਿਹੜੇ ਇਹਨਾਂ ਲੋਕਾਂ ਦੀ ਆਪਾਂ ਪੂਜਾ ਕਰਦੇ ਹਾਂ ਨਾ, ਇਹ ਨਗੁਰੇ ਹੁੰਦੇ ਹਨ। ਇਹਨਾਂ ਦੀ ਗਤੀ ਨਹੀਂ ਹੋਈ ਹੁੰਦੀ, ਅਤੇ ਗਤੀ ਨਾ ਹੋਣ ਕਰਕੇ ਇਹ ਇੱਥੇ ਹੀ ਤੁਰੇ ਫਿਰਦੇ ਹਨ। ਅਤੇ ਇੱਥੇ ਹੀ ਤੁਰੇ ਫਿਰਦੇ ਹਨ, ਆਮ ਪਬਲਿਕ ਨੂੰ ਤੰਗ ਕਰਦੇ ਹਨ, ਆਮ ਪਬਲਿਕ ਨੂੰ ਮਜਬੂਰ ਵੀ ਕਰਦੇ ਹਨ। ਗੁਪਤ ਰੂਹਾਂ ਹੁੰਦੀਆਂ ਨੇ, ਜਿਹਨਾਂ ਨੂੰ ਗੁਪਤ ਰੂਹਾਂ ਕਹਿੰਦੇ ਨੇ। ਬਹੁਤ ਜ਼ਿਆਦਾ ਗੁਪਤ ਰੂਹਾਂ ਸਾਡੇ ਜਿੰਨੀਆਂ ਸੰਸਾਰ ਦੇ ਉੱਤੇ ਸਾਨੂੰ ਇਹਨਾਂ ਅੱਖਾਂ ਦੇ ਨਾਲ ਰੂਹਾਂ ਦਿਖਦੀਆਂ, ਉਸ ਤੋਂ ਹਜ਼ਾਰਾਂ ਗੁਣਾ ਜ਼ਿਆਦਾ ਗੁਪਤ ਰੂਹਾਂ ਹਨ ਜਿਹੜੀਆਂ ਧਰਤੀ 'ਤੇ ਤੁਰੀਆਂ ਫਿਰਦੀਆਂ ਹਨ। ਇਹ ਨਗੁਰੇ ਹੋਣ ਕਰਕੇ ਇਹਨਾਂ ਦੀ ਮੁਕਤੀ ਨਹੀਂ ਹੋਈ ਹੁੰਦੀ। ਇਹ ਫਿਰ ਆਮ ਪਬਲਿਕ ਨੂੰ ਪ੍ਰੇਰਿਤ ਕਰਦੀਆਂ ਹਨ ਕਿ ਅਸੀਂ ਫਲਾਣੇ ਥਾਂ 'ਤੇ ਬੈਠੇ ਹਾਂ ਤਾਂ ਸਾਡੇ ਆ ਕੇ ਤਾਂ ਪੂਜਾ ਪਾਠ ਕਰੋ। ਜੋ ਇਹਨਾਂ ਜੀਂਦਿਆਂ ਨੇ ਕੰਮ ਕੀਤੇ ਸੀ ਉਹੀ ਇਹਨਾਂ ਨੂੰ ਮਰਿਆਂ ਨੂੰ ਕਰਨ, ਕਿਉਂਕਿ ਮੁਕਤ ਤਾਂ ਹੋਏ ਨਹੀਂ। ਸ਼ਬਦਾਂ ਦੇ ਜਾਪ ਕੀਤੇ ਹਨ, ਨਗੁਰੇ ਹਨ, ਸ਼ਬਦਾਂ ਦੇ ਜਾਪ ਕੀਤੇ ਹਨ, ਪਰ ਪਾਰ ਉਤਾਰਾ ਨਹੀਂ ਹੋਇਆ। ਇੱਥੇ ਹੀ ਤੁਰੇ ਫਿਰਦੇ ਹਨ, ਇਸੇ ਸੰਸਾਰ ਦੇ ਵਿੱਚ ਹੀ ਗੁਪਤ ਰੂਪ ਦੇ ਬਿਨਾਂ ਸਰੀਰਾਂ ਤੋਂ। ਕਿਉਂਕਿ ਸਰੀਰ ਪਾਉਣ ਵਾਸਤੇ ਵੀ ਕੁਛ ਭਗਤੀ ਦੀ ਲੋੜ ਹੈ, ਕੁਛ ਟਾਈਮ ਦੀ ਲੋੜ ਹੁੰਦੀ ਹੈ। ਜਿੰਨਾ ਚਿਰ ਉਹਨਾਂ ਦਾ ਟਾਈਮ ਨਹੀਂ ਆਇਆ, ਉਹਨਾਂ ਨੂੰ ਇੱਦਾਂ ਹੀ ਰੁਲਣਾ ਪੈਣਾ ਹੈ। ਉਹ ਤਾਂ ਰੁਲਦੇ ਫਿਰਦੇ ਹਨ, ਉਹ ਤਾਂ ਤਰਲੇ ਮਾਰਦੇ ਫਿਰਦੇ ਹਨ ਗੁਪਤ ਰੂਹਾਂ ਜਿਹੜੀਆਂ। ਅਤੇ ਅਸੀਂ ਜਿਹੜੇ ਜਾ ਕੇ ਅਤੇ ਉਹਨਾਂ ਦੀ ਪੂਜਾ ਕਰਦੇ ਫਿਰਦੇ ਹਾਂ। ਅਸੀਂ ਜਾ ਕੇ ਉਹਨਾਂ ਦੇ ਪ੍ਰਸ਼ਾਦ ਚੜਾਉਂਦੇ, ਚੌਲ ਚੜਾਉਂਦੇ, ਕਈ ਖੀਰਾਂ ਚੜਾਉਂਦੇ, ਸੇਵੀਆਂ ਚੜਾਉਂਦੇ, ਪਤਾ ਹੀ ਨਹੀਂ ਕੀ ਕੁਛ ਚੜਾਈ ਜਾਂਦੇ ਹਾਂ। ਗੁਰੂ ਸਾਹਿਬ ਜੀ ਨੇ ਸਾਨੂੰ ਇਸੇ ਗੱਲ ਤੋਂ ਮਨ੍ਹਾ ਕੀਤਾ ਹੈ ਵੀ ਜਿਹੜਾ ਖਾਲਸਾ ਹੈ, ਜਿਹੜਾ ਗੁਰੂ ਕਾ ਹੈ, ਜਿਹੜਾ ਗੁਰੂ ਵਾਲਾ ਹੈ, ਉਹਨੂੰ ਇਹਨਾਂ ਚੀਜ਼ਾਂ ਨੂੰ ਮੰਨਣ ਦੀ ਕੋਈ ਲੋੜ ਨਹੀਂ ਹੈ। ਕਿਉਂਕਿ ਉਹ ਤਾਂ ਆਪ ਨਹੀਂ ਮੁਕਤ ਹੋਏ, ਅਤੇ ਸਾਨੂੰ ਕਿੱਥੋਂ ਮੁਕਤ ਕਰ ਲੈਣਗੇ ਜਿਹੜੇ ਆਪ ਇੱਥੇ ਰੋਂਦੇ ਫਿਰਦੇ ਆ। ਉਹ ਆਪ ਦੁਖੀ ਨੇ, ਆਪ ਤੜਫਦੇ ਫਿਰਦੇ ਨੇ। ਅੱਜ ਤੱਕ ਮੈਂ ਵੇਖਿਆ ਜਿੰਨੇ ਵੀ ਪੀਰਾਂ ਫਕੀਰਾਂ ਨੂੰ ਕਬਰਾਂ ਨੂੰ ਮੰਨਣ ਵਾਲੇ ਨੇ, ਉਹਨਾਂ 'ਚੋਂ ਸੁਖੀ ਕੋਈ ਨਹੀਂ ਹੁੰਦਾ। ਕਾਰਨ ਕੀ ਹੈ ਕਿ ਗੁਰੂ ਜਿੰਨਾ ਕਿ ਅੰਧਲੇ ਚੇਲੇ ਵੀ ਅੰਧੇ ਕਰਮ ਕਰੇਨ। ਉਹ ਜਿਨ੍ਹਾਂ ਨੂੰ ਗੁਰੂ ਧਾਰਨ ਕੀਤਾ, ਜਿਨ੍ਹਾਂ ਦੀਆਂ ਤੁਸੀਂ ਕਬਰਾਂ ਪੂਜਦੇ ਫਿਰਦੇ, ਉਹ ਤਾਂ ਆਪ ਅੰਨੇ ਆ ਵਿਚਾਰੇ, ਇੱਥੇ ਰੁਲਦੇ ਫਿਰਦੇ, ਉਹਨਾਂ ਨੂੰ ਅੱਗੇ ਕੋਈ ਥਾਂ ਨਹੀਂ ਲੱਭਦਾ। ਅਤੇ ਤੁਸੀਂ ਉਹਨਾਂ ਨੂੰ ਪੂਜਦੇ ਫਿਰਦੇ, ਅਤੇ ਤੁਸੀਂ ਵੀ ਤਾਂ ਉਹਨਾਂ ਦੇ ਨਾਲ ਅੰਨੇ ਹੀ ਹੋਏ। ਫਿਰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਵੀ ਆਪਾਂ ਇਹਨਾਂ ਨੂੰ ਗੋਰ ਮੜੀ ਮੱਟ ਭੂਲ ਨਾ ਮਾਨੇ, ਭੁੱਲ ਕੇ ਵੀ ਇਹਨਾਂ ਨੂੰ ਨਹੀਂ ਮੰਨਣਾ ਆਪਾਂ। ਕਿਉਂਕਿ ਜੇ ਮੰਨੋਗੇ ਤਾਂ ਔਖੇ ਹੋਵੋਗੇ। ਗੁਰੂ ਸਾਹਿਬ ਜੀ ਕਹਿੰਦੇ ਹਨ
ਜਾਗਤ ਜੋਤ ਜਪੈ ਨਿਸਬਾਸਰ। ਰਾਤ ਦਿਨੇ ਉਹ ਜਿਹੜੀ ਸਦਾ ਜਾਗਦੀ ਜੋਤ ਹੈ, ਸਦਾ ਜਿਹੜੀ ਸਦੀਵੀ ਕਾਲ ਦੇ ਵਿੱਚ ਜਿਹੜੀ ਜਰੇ ਜਰੇ ਦੇ ਵਿੱਚ ਘਟ ਘਟ ਦੇ ਵਿੱਚ ਵਸ ਰਹੀ ਹੈ ਜੋਤ, ਜਿਹੜੀ ਜਗ ਰਹੀ ਹੈ ਲਗਾਤਾਰ, ਜਿਹੜੀ ਆਪਣੇ ਆਪ ਦੇ ਵਿੱਚ ਸਹਿ ਭੰਗ ਹੈ, ਆਪਣੇ ਆਪ ਜੋਤ ਸਰੂਪ ਹੈ, ਉਸ ਦੀ ਆਰਾਧਨਾ ਕਰੋ ਅਤੇ ਉਹਦੇ ਵਿੱਚ ਹੀ ਲੀਨ ਹੋ ਜਾਓ। ਕਿਸੇ ਹੋਰ ਨੂੰ ਨਾ ਮੰਨੋ, ਕਿਸੇ ਹੋਰ ਵਾਲੇ ਬੰਨੇ ਨਾ ਜਾਓ, ਕਿਉਂਕਿ ਇਹ ਸਭ ਹੀ ਨੈਗੇਟਿਵ ਪਾਵਰਾਂ ਹਨ। ਇਹ ਸਾਰੀਆਂ ਹੀ ਪਰਮਾਤਮਾ ਨਾਲੋਂ ਦੂਰ ਕਰਨ ਵਾਲੀਆਂ ਪਾਵਰਾਂ ਹਨ। ਜਦੋਂ ਤੁਸੀਂ ਸ਼ਬਦ ਤੋਂ ਇਲਾਵਾ ਹੋਰ ਕਿਸੇ ਵੀ ਚੀਜ਼ ਨੂੰ ਪੂਜਦੇ ਹੋ, ਤੁਸੀਂ ਮੂਰਤੀ ਪੂਜਾ ਕਰਦੇ ਹੋ, ਸੇਮ ਉਹ ਵੀ ਉਹੀ ਗੱਲ ਹੈ। ਜਿਵੇਂ ਕਬਰ ਨੂੰ ਪੂਜ ਲਿਆ, ਇਸੇ ਤਰ੍ਹਾਂ ਹੀ ਮੂਰਤੀ ਨੂੰ ਪੂਜ ਲਿਆ। ਸੋ ਬੇਨਤੀ ਹੈ ਕਿ ਆਪਾਂ ਜੇ ਗੁਰਸਿੱਖ ਹਾਂ, ਜੇ ਅਸੀਂ ਗੁਰੂ ਦੇ ਹਾਂ, ਜੇ ਅਸੀਂ ਪਾਰ ਲੰਘਣਾ ਹੈ, ਤਾਂ ਫਿਰ ਸਾਨੂੰ ਇਹਨਾਂ ਚੀਜ਼ਾਂ ਤੋਂ ਪਰਹੇਜ਼ ਰੱਖਣਾ ਪਏਗਾ ਕਿ ਅਸੀਂ ਇਹਨਾਂ ਚੀਜ਼ਾਂ ਦੇ ਨਾਲ ਆਪਾਂ ਨਾਮ ਬਣ ਗਏ। ਦੂਸਰੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣ ਲੱਗਾ ਸਾਂ ਕਿ ਇਹ ਜਿਹੜੇ ਹਨ, ਜਿਵੇਂ ਆਪਾਂ ਕੋਈ ਥਾਂ ਛੱਡ ਲੈਂਦੇ ਹਾਂ, ਉੱਥੇ ਹੁੰਦਾ ਕੁਛ ਵੀ ਨਹੀਂ ਹੈ। ਕੋਈ ਦਰਖਤ ਹੋਇਆ ਤਾਂ ਉੱਥੇ ਉਹੀ ਥਾਂ ਛੱਡਤਾ, ਉਹ ਥਾਂ ਵਿਹਲਾ ਹੋ ਗਿਆ। ਉਹ ਜਿੱਥੇ ਥਾਂ ਵਿਹਲਾ ਪਿਆ ਵੇਖ ਕੇ, ਜਿਵੇਂ ਮੈਂ ਕਈ ਵਾਰੀ ਕਹਿ ਦਿੰਦਾ ਹੁੰਦਾ ਹਾਂ ਵੀ ਘਰ ਵੀ ਓਡੇ ਕੁ ਬਣਾਓ ਜਿਨ੍ਹਾਂ ਦੇ ਵਿੱਚ ਤੁਸੀਂ ਸਾਰਿਆਂ ਕਮਰਿਆਂ ਦੇ ਵਿੱਚ ਦੀਵਾ ਜਗਾ ਸਕੋ, ਸਾਰਿਆਂ ਕਮਰਿਆਂ ਦੇ ਵਿੱਚ ਬਲਬ ਦਾ ਸਵਿੱਚ ਲਾ ਸਕੋ, ਜਗਾ ਛੱਡੋ। ਸਵੇਰੇ ਖੋਲ੍ਹੋ ਕਮਰੇ, ਸ਼ਾਮ ਨੂੰ ਬੰਦ ਕਰੋ ਕਮਰੇ। ਕਿਉਂਕਿ ਜਿੱਥੇ ਵੀ ਵਿਹਲੀ ਥਾਂ ਹੋਵੇਗੀ, ਜਿੱਥੇ ਵੀ ਅੰਧੇਰੀ ਥਾਂ ਹੋਏਗੀ, ਕਿਉਂਕਿ ਨੈਗੇਟਿਵਿਟੀ ਹੈ ਹੀ ਅੰਧੇਰਾ ਹੈ, ਅੰਨਾਪਣ ਹੈ। ਜਿੱਥੇ ਵੀ ਅੰਧੇਰਾ ਥਾਂ ਹੋਏਗਾ, ਉੱਥੇ ਹੀ ਨੈਗੇਟਿਵਿਟੀ ਨੇ ਹਾਜ਼ਰੀ ਭਰਨੀ ਹੈ। ਉਹ ਜਦੋਂ ਨੈਗੇਟਿਵਿਟੀ ਆ ਗਈ, ਜਦੋਂ ਉਹਨਾਂ ਨੇ ਆ ਕੇ ਆਪਾਂ ਨੂੰ ਜੋ ਉਹਨਾਂ ਦਾ ਸੁਭਾਅ ਆ ਉਸੇ ਮੁਤਾਬਕ ਸਾਨੂੰ ਢਾਲਣ ਦੀ ਕੋਸ਼ਿਸ਼ ਕਰਨਗੇ, ਸਾਡੇ ਘਰਾਂ ਦੇ ਵਿੱਚ ਕਲੇਸ਼, ਕਲਾ, ਦਲਿੱਦਰਤਾ, ਇਹ ਸਾਰੀਆਂ ਚੀਜ਼ਾਂ ਆ ਜਾਣਗੀਆਂ, ਬਰਕਤਾਂ ਉੱਡ ਜਾਣਗੀਆਂ, ਮਾੜਾ ਕੰਮ ਹੋਣ ਲੱਗ ਪਣਗੇ ਸਾਡੇ ਘਰ ਦੇ ਵਿੱਚ। ਸੋ ਇਹ ਚੀਜ਼ਾਂ ਜਿਹੜੀਆਂ ਹਨ ਬੜੀਆਂ ਖਿਆਲ ਰੱਖਣ ਵਾਲੀਆਂ ਹਨ। ਉਹ ਜਦੋਂ ਅਸੀਂ ਵਿਹਲਾ ਥਾਂ ਛੱਡਦੇ ਹਾਂ, ਕੋਈ ਵੀ ਥਾਂ ਛੁੱਟ ਗਿਆ ਵਿਹਲਾ, ਜਾਂ ਜਿੱਥੇ ਵੀ ਵਿਹਲਾ ਪਿਆ ਹੈ ਜਾਂ ਖਾਲੀ ਪਿਆ ਹੈ ਥਾਂ, ਉਹ ਵਰਤੋਂ 'ਚ ਨਹੀਂ ਆ ਰਿਹਾ, ਉੱਥੇ ਸੱਪ ਸੁੱਪ ਵਗੈਰਾ ਆਮ ਆ ਜਾਂਦੇ ਹਨ। ਜਦੋਂ ਸੱਪ ਆ ਗਿਆ ਅਤੇ ਸੱਪਾਂ ਦੇ ਜਿੱਥੇ ਸੱਪ ਆ ਜਾਂਦਾ, ਸਿਉਂਕ ਵੀ ਉੱਥੇ ਹੁੰਦੀ ਹੈ ਤਕਰੀਬਨ, ਕਿਉਂਕਿ ਸੱਪ ਦਾ ਖਾਜ ਜਿਹੜਾ ਹੈ ਉਹ ਸਿਉਂਕ ਆ। ਸੱਪ ਬਹੁਤ ਖੁਸ਼ੀ ਦੇ ਨਾਲ ਸਿਉਂਕ ਨੂੰ ਖਾਂਦਾ ਆ। ਜ਼ਹਿਰੀਲੀ ਹੁੰਦੀ ਹੈ ਸਿਉਂਕ ਦੇ ਵਿੱਚ ਵੀ ਖੂਨ ਨਹੀਂ ਹੁੰਦਾ, ਉਹ ਜ਼ਹਿਰੀਲੀ ਹੁੰਦੀ ਹੈ। ਸੱਪ ਵੀ ਜਿਹੜਾ ਆ ਉਹ ਜ਼ਹਿਰੀਲਾ ਹੁੰਦਾ ਆ। ਉਹਦੀ ਉਹ ਖੁਰਾਕ ਆ, ਬਹੁਤ ਵਧੀਆ ਤਰੀਕੇ ਦੀ ਖੁਰਾਕ ਆ ਉਹਦੀ। ਉਹ ਫਿਰ ਜਦੋਂ ਜਿੱਥੇ ਸਿਉਂਕ ਹੁੰਦੀ ਹੈ, ਸਿਉਂਕ ਲੱਗਦੀ, ਉੱਥੇ ਸੱਪ ਵੀ ਆ ਜਾਂਦਾ, ਕਿਉਂਕਿ ਉਹਨੇ ਸਿਉਂਕ ਨੇ ਖਡੋਲਣੇ ਬਹੁਤ ਸੋਹਣੇ ਬਣਾਏ ਹੁੰਦੇ ਹਨ, ਅਤੇ ਉਹਦੇ ਵਿੱਚ ਆ ਕੇ ਅਤੇ ਉਹ ਵਿੱਚ ਵਸੇਬੇ ਕਰ ਜਾਂਦਾ ਹੈ ਸੱਪ ਵੀ। ਫਿਰ ਜਦੋਂ ਕਿਤੇ ਨੂੰ ਇੱਕ ਅੱਧੀ ਵਾਰੀ ਦਿਸ ਪਿਆ, ਅਤੇ ਉੱਥੇ ਵੀ ਆਪਾਂ ਚੜਾਉਣ ਲੱਗ ਪੈਣੀਆਂ ਸੇਵੀਆਂ, ਉੱਥੇ ਵੀ ਖੀਰਾ ਦੁੱਧ ਚੜਾਉਣ ਲੱਗ ਪੈਣੇ ਆਪਾਂ। ਅਤੇ ਉਹ ਦੂਸਰੀ ਗੱਲ ਇਹ ਆ ਵੀ ਜਦੋਂ ਵਿਹਲਾ ਥਾਂ ਕੋਈ ਹੁੰਦਾ ਹੈ, ਉੱਥੇ ਵੀ ਇਹ ਜਿਵੇਂ ਸੱਪ ਵਗੈਰਾ ਆ ਜਾਂਦੇ ਹਨ, ਇਸੇ ਤਰ੍ਹਾਂ ਗੁਪਤ ਰੂਹਾਂ ਵੀ ਉੱਥੇ ਆ ਕੇ ਟਿਕਾਓ ਕਰ ਲੈਂਦੀਆਂ। ਕਿਉਂਕਿ ਅੱਜ ਕੱਲ੍ਹ ਦੁਨੀਆ ਦੇ ਵਿੱਚ ਆਬਾਦੀ ਇੰਨੀ ਸੰਘਣੀ ਹੋ ਗਈ ਹੈ ਕਿ ਕਿਤੇ ਕੋਈ ਥਾਂ ਹੀ ਨਹੀਂ ਹੈ ਉਹਨਾਂ ਦੇ ਰਹਿਣ ਵਾਸਤੇ। ਫਿਰ ਉਹਨਾਂ ਤੁਹਾਡੇ ਘਰਾਂ 'ਚ ਹੀ ਰਹਿਣਾ ਆ ਗੁਪਤ ਰੂਹਾਂ ਨੇ ਵੀ। ਅਤੇ ਜੇ ਘਰਾਂ ਦੇ ਵਿੱਚ ਜਿੱਥੇ ਅੰਧੇਰਾ ਹੋਇਆ ਉੱਥੇ ਉਹਨਾਂ ਭੱਜ ਕੇ ਆਉਣਾ, ਜਿੱਥੇ ਖਾਲੀ ਥਾਂ ਹੋਇਆ ਉੱਥੇ ਉਹਨਾਂ ਨੇ ਭੱਜ ਕੇ ਆਉਣਾ ਆ। ਸੋ ਇਹ ਗੱਲ, ਦੂਸਰੀ ਗੱਲ ਇਹੀ ਹੈ ਕਿ ਉਹ ਚੀਜ਼ਾਂ ਖਾਲੀ ਥਾਂ ਦੇ ਉੱਤੇ ਆ ਜਾਂਦੀਆਂ ਹਨ, ਅਤੇ ਉਹ ਸਾਨੂੰ ਆ ਕੇ ਤੰਗ ਕਰਦੀਆਂ ਹਨ। ਕੁਛ ਮੜੀਆਂ ਬਣੀਆਂ ਹੁੰਦੀਆਂ ਹਨ, ਸਪੈਸ਼ਲ ਉਹਨਾਂ ਦੀ ਥਾਂ ਹੀ ਹੁੰਦੀ ਹੈ। ਅਤੇ ਦੂਸਰੀ ਜਿਹੜੀ ਆ ਇਹ ਹੁੰਦੀ ਹੈ, ਮਹਾਰਾਜ ਕਹਿੰਦੇ ਆ ਵੀ ਇਹ ਚੀਜ਼ਾਂ ਹੈ ਸਾਰੀਆਂ ਆ, ਇਹਦੇ ਵਿੱਚ ਕੋਈ ਮੁਨਕਰ ਨਹੀਂ ਹੋ ਸਕਦਾ ਵੀ ਇਹ ਚੀਜ਼ਾਂ ਜਿਹੜੀਆਂ ਗੁਪਤ ਰੂਹਾਂ ਆ, ਜਿਹੜੀਆਂ ਪੀਰ ਪਖੀਰ ਨੇ, ਭੂਤ ਪ੍ਰੇਤ ਨੇ, ਜਿੰਨ ਨੇ, ਇਹ ਜਾਂ ਕੁਛ ਵੀ ਹੈਗਾ, ਜਿਹੜੀ ਗੁਪਤ ਰੂਹ ਜਿਨ੍ਹਾਂ ਦਾ ਨਾਮ ਬਣਿਆ, ਕੋਈ ਵੀ ਚੀਜ਼ ਜਿਸ ਦਾ ਨਾਮ ਹੈ ਉਹ ਚੀਜ਼ ਦੀ ਹੋਂਦ ਹੈ। ਕੋਈ ਵੀ ਚੀਜ਼ ਜਿਸ ਦਾ ਨਾਮ ਹੈ ਉਸ ਚੀਜ਼ ਦੀ ਹੋਂਦ ਜ਼ਰੂਰ ਹੈ। ਤਾਂ ਉਹ ਹੋਂਦ ਹੈ ਜ਼ਰੂਰ। ਅਸੀਂ ਹੋਂਦ ਤੋਂ ਨਹੀਂ ਮੁਨਕਰ ਹੋਣਾ, ਅਸੀਂ ਹੋਂਦ ਤੋਂ ਮੁਨਕਰ ਨਹੀਂ ਹੋਣਾ, ਪਰ ਅਸੀਂ ਇਹਨਾਂ ਨੂੰ ਮੰਨਣਾ ਨਹੀਂ ਹੈ। ਮੰਨਣਾ ਅਕਾਲ ਪੁਰਖ ਨੂੰ ਹੈ, ਇੱਕ ਅਕਾਲ ਪੁਰਖ ਨੂੰ। ਇਹ ਸਭ ਤੋਂ ਛੋਟੀਆਂ ਹਨ, ਇਹ ਸਾਡੇ ਤੋਂ ਛੋਟੀਆਂ ਹਨ ਚੀਜ਼ਾਂ। ਮਹਾਰਾਜ ਕਹਿੰਦੇ ਹੈ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ। ਇਸ ਧਰਤੀ ਦੇ ਉੱਤੇ ਸਿਕਦਾਰੀ ਚੌਧਰ ਇਨਸਾਨ ਦੀ ਹੈ, ਅਤੇ ਅਸੀਂ ਉੱਚੇ ਤੋਂ ਥੱਲੜੇ ਬੰਨੇ ਨੂੰ ਹਮੇਸ਼ਾ ਇਨਸਾਨ ਦਾ ਕੁਦਰਤ ਦਾ ਨਿਯਮ ਹੈ, ਦਰਖਤ ਆ ਤਾਂ ਉਹ ਵੀ ਉੱਪਰ ਨੂੰ ਜਾਂਦੇ ਹਨ।
ਵੱਧ ਕੇ। ਕੋਈ ਵੀ ਚੀਜ਼ ਆ ਉੱਪਰ ਨੂੰ ਵਧਣ ਦੀ ਕੋਸ਼ਿਸ਼ ਕਰਦੀ ਹੈ, ਪਰ ਇੱਕ ਇਨਸਾਨ ਹੀ ਆ ਜਿਹੜਾ ਭਟਕਿਆ ਹੋਇਆ ਹੈ। ਉਹ ਸੋਚਦਾ ਕਿ ਮੈਂ ਉੱਪਰ ਨੂੰ ਜਾ ਰਿਹਾ ਹਾਂ, ਉਹ ਪੈਸੇ ਨੂੰ ਸੋਚਦਾ, ਕਮਾਈ ਨੂੰ ਸੋਚਦਾ ਵੀ ਮੈਂ ਕਮਾਈ ਕਰਕੇ ਉੱਪਰ ਜਾ ਰਿਹਾ, ਪਰ ਅੰਦਰੋਂ ਆਪਾਂ ਬਹੁਤ ਜ਼ਿਆਦਾ ਨੀਵੇਂ ਗਿਰਦੇ ਜਾ ਰਹੇ ਹਾਂ। ਪਸ਼ੂਆਂ ਨੂੰ ਮੰਨੀ ਜਾਂਦੇ ਹਾਂ, ਕੋਈ ਸੱਪਾਂ ਨੂੰ ਮੰਨੀ ਜਾਂਦਾ ਹੈ, ਕੋਈ ਬਲਦਾਂ ਨੂੰ ਮੰਨੀ ਜਾਂਦਾ ਹੈ, ਕੋਈ ਗਊਆਂ ਨੂੰ ਮੰਨੀ ਜਾਂਦਾ ਹੈ, ਕੋਈ ਕਿਸੇ ਜਾਨਵਰ ਨੂੰ, ਕੋਈ ਕਿਸੇ ਜਾਨਵਰ ਨੂੰ। ਕੋਈ ਅੱਜ ਕੱਲ੍ਹ ਕੁੱਤਿਆਂ ਦਾ ਬੜਾ ਕਰੇਜ਼ ਚੱਲ ਗਿਆ, ਕੁੱਤਿਆਂ ਨੂੰ ਇੰਨਾ ਪਿਆਰ ਵੀ ਬੰਦੇ ਨਾਲ ਤਾਂ ਕਿਸੇ ਨਾਲ ਪਿਆਰ ਨਹੀਂ ਰਹਿ ਗਿਆ, ਤਾਂ ਕੁੱਤਿਆਂ ਨੂੰ ਮੰਨੀ ਜਾ ਰਹੇ ਹਨ। ਕੁੱਤਿਆਂ ਨੂੰ ਕੋਈ ਪੁੱਤ ਮੰਨ ਰਿਹਾ, ਕੋਈ ਧੀ ਮੰਨ ਰਿਹਾ ਆ। ਬੜੀ ਹੈਰਾਨੀ ਹੁੰਦੀ ਹੈ ਕਿ ਇਨਸਾਨ ਨਾਲ ਤਾਂ ਤੁਹਾਡਾ ਕੋਈ ਪਿਆਰ ਨਹੀਂ ਅਤੇ ਕੁੱਤਿਆਂ ਨਾਲ, ਜਾਨਵਰਾਂ ਨਾਲ ਪਿਆਰ ਹੋ ਗਿਆ। ਭਲੇ ਉਹ ਲੋਕੋ, ਤੁਸੀਂ ਉੱਪਰ ਤੋਂ ਥੱਲੇ ਨੂੰ ਜਾ ਰਹੇ ਜੇ, ਅਸੀਂ ਜਾਣਾ ਥੱਲੇ ਤੋਂ ਉੱਪਰ ਨੂੰ ਹੈ, ਪਰ ਅਸੀਂ ਉਲਟ ਚੀਜ਼ ਕਰ ਰਹੇ ਹਾਂ। ਸੋ ਇਸ ਕਰਕੇ ਬੇਨਤੀ ਹੈ ਸਾਰੀ ਸਾਧ ਸੰਗਤ ਦੇ ਚਰਨਾਂ ਵਿੱਚ ਕਿ ਆਪਾਂ ਹੋਰ ਕਿਸੇ ਵੀ ਚੀਜ਼ ਨੂੰ ਨਹੀਂ ਮੰਨਣਾ ਸਿਵਾਏ ਇੱਕ ਅਕਾਲ ਪੁਰਖ ਤੋਂ, ਸਿਵਾਏ ਇੱਕ ਸ਼ਬਦ ਤੋਂ। ਸ਼ਬਦ ਕੋਈ ਵੀ ਆਪਾਂ ਫੜ ਕੇ ਉਸ ਦਾ ਜਾਪ ਕਰਾਂਗੇ, ਜਿਹੜਾ ਸਾਡਾ ਪਾਰ ਤਾਰਾ ਕਰਨ ਵਾਲਾ ਹੋਏਗਾ, ਜਿਹੜਾ ਕਿਸੇ ਪੂਰਨ ਗੁਰੂ ਨੇ, ਪੂਰਨ ਪੁਰਖ ਨੇ ਜਿਹੜਾ ਉਹ ਸ਼ਬਦ ਦਿੱਤਾ ਹੈ। ਜੇ ਸ਼ੈਤਾਨੀ ਪਾਵਰਾਂ ਦਾ ਸ਼ਬਦ ਹੈ ਤਾਂ ਸਾਨੂੰ ਉੱਧਰ ਨੂੰ ਹੀ ਲੈ ਕੇ ਜਾਏਗਾ। ਸੋ ਅੱਜ ਦੀ ਬੇਨਤੀ ਇੰਨੀ ਕੀ ਹੈ, ਗੌਰ ਕਰਨਾ, ਧਿਆਨ ਕਰਨਾ। ਹੋ ਸਕਦਾ ਕਿਸੇ ਭੁੱਲੇ ਭਟਕੇ ਨੂੰ ਜਿਹੜਾ ਕੋਈ ਸੁਣ ਲਵੇ, ਉਸ ਦਾ ਮਨ ਜਿਹੜਾ ਉਹ ਅਕਾਲ ਪੁਰਖ ਵਾਲੇ ਚਰਨਾਂ ਨੂੰ, ਅਕਾਲ ਪੁਰਖ ਵਾਲੇ ਪਾਸੇ ਨੂੰ ਆ ਜਾਵੇ, ਉਸ ਦੇ ਚਰਨਾਂ ਵਿੱਚ ਲੱਗ ਜਾਵੇ। ਚਲੋ ਮੇਰੀ ਕੀਤੀ ਹੋਈ ਮਿਹਨਤ ਵੀ ਸਫਲ ਹੋਏਗੀ ਜੇ ਸਾਰੇ ਸੁਣਨ ਵਾਲਿਆਂ ਦੇ ਵਿੱਚੋਂ ਇੱਕ ਵੀ ਇਸ ਸ਼ਬਦ ਨੂੰ ਸੁਣ ਕੇ ਇੱਕ ਵੀ ਜਿਹੜਾ ਹੈ ਮੜੀਆਂ ਮਸ਼ਾਨਾਂ ਨੂੰ ਛੱਡ ਕੇ ਅਕਾਲ ਪੁਰਖ ਨੂੰ ਮੰਨਣ ਲੱਗ ਪਵੇਗਾ, ਤਾਂ ਮੇਰੀ ਘਾਲਣਾ ਜਿਹੜੀ ਹੈ ਇੰਨੇ ਵਿੱਚ ਹੀ ਸਫਲ ਹੋਏਗੀ। ਸੋ ਇੰਨੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।